ਹੈਲੋ ਸਟੂਡੈਂਟਸ। ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਟੀਵੀ ਸਕੂਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕਲਾਸ 9th ਦਾ ਇੱਕ ਨਵਾਂ ਚੈਪਟਰ। ਸੋ ਕਲਾਸ 9th ਦੇ ਵਿੱਚੋਂ ਹੁਣ ਆਪਾਂ ਇੱਕ ਕੈਮਿਸਟਰੀ ਦਾ ਚੈਪਟਰ ਸ਼ੁਰੂ ਕਰਾਂਗੇ। ਸੋ ਚੈਪਟਰ ਦਾ ਨਾਮ ਹੈ ਐਟਮਸ ਐਂਡ ਮੋਲੀਕਿਊਲਸ। ਸੋ ਫਿਲਹਾਲ ਇਸ ਤੋਂ ਪਹਿਲਾਂ ਤੁਸੀਂ ਕੈਮਿਸਟਰੀ ਦੇ ਵਿੱਚ 2 ਚੈਪਟਰਸ ਪੜ੍ਹ ਚੁੱਕੇ ਹੋ। ਸੋ ਹੁਣ ਆਪਣਾ ਇੱਕ ਤੀਜਾ ਚੈਪਟਰ ਹੈ। ਸੋ ਬੁੱਕ ਦੇ ਵਿੱਚ ਵੀ ਇਹ ਲੈਸਨ ਨੰਬਰ 3 ਹੈ ਔਰ ਅੱਜ ਆਪਾਂ ਇਹਦਾ ਕੀ ਹੈ ਪਹਿਲਾ ਲੈਕਚਰ ਦੇਖਣ ਜਾ ਰਹੇ ਹਾਂ। ਸੋ ਐਟਮਸ ਐਂਡ ਮੋਲੀਕਿਊਲਸ ਚੈਪਟਰ ਦੀ ਸ਼ੁਰੂਆਤ ਕਰਨ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਮੈਟਰ ਬਾਰੇ। ਸੋ ਮੈਟਰ ਵਰਡ ਤੁਸੀਂ ਸੁਣਿਆ ਹੋਏਗਾ, ਕਾਫੀ ਵਾਰ ਸੁਣਿਆ ਹੋਏਗਾ ਆਈ ਥਿੰਕ। ਸੋ ਮੈਟਰ ਕੀ ਹੈ? ਸੋ ਇਹਦੀ ਡੈਫੀਨੇਸ਼ਨ ਆਪਾਂ ਆਮ ਤੌਰ ਤੇ ਇਦਾਂ ਹੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਐਨੀਥਿੰਗ ਦੈਟ ਹੈਜ਼ ਮਾਸ ਐਂਡ ਆਕਿਊਪਾਈਜ਼ ਸਪੇਸ ਇਜ਼ ਕਾਲਡ ਮੈਟਰ। ਹੁਣ ਇਹਦਾ ਕੀ ਮਤਲਬ ਹੈ ਕਿ ਕੋਈ ਵੀ ਚੀਜ਼ ਜਿਹਦਾ ਕੁਝ ਮਾਸ ਹੈ ਔਰ ਉਹ ਕੋਈ ਨਾ ਕੁਝ ਜਗ੍ਹਾ ਘੇਰ ਰਹੀ ਹੈ, ਉਸ ਚੀਜ਼ ਨੂੰ ਆਪਾਂ ਕੀ ਬੋਲਦੇ ਹਾਂ? ਦੈਟ ਇਜ਼ ਕਾਲਡ ਮੈਟਰ। ਸੋ ਇਸ ਤੋਂ ਪਿਛਲੇ ਚੈਪਟਰ ਦੇ ਵਿੱਚ ਤੁਸੀਂ ਡਿਫਰੈਂਟ ਫਾਰਮਸ ਵੀ ਪੜ੍ਹੀਆਂ ਮੈਟਰ ਦੀਆਂ। ਮੈਟਰ ਨੂੰ ਆਪਾਂ ਇੱਕ ਤਾਂ ਸੋਲਿਡ, ਲਿਕੁਇਡ ਔਰ ਗੈਸ ਇਸ ਤਰ੍ਹਾਂ ਵੀ ਕਲਾਸੀਫਾਈ ਕਰਦੇ ਹਾਂ, ਔਰ ਜਿਵੇਂ ਕਿ ਤੁਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਆਪਾਂ ਇਹਨੂੰ ਐਲੀਮੈਂਟਸ, ਕੰਪਾਊਂਡਸ, ਮਿਕਸਚਰਸ ਇਸ ਤਰ੍ਹਾਂ ਵੀ ਆਪਾਂ ਇਹਦੀ ਕਲਾਸੀਫਿਕੇਸ਼ਨ ਕੀਤੀ ਹੈ। ਸੋ ਹੁਣ ਮੈਟਰ ਦੀ ਡਿਵਿਜ਼ਿਬਿਲਿਟੀ ਬਾਰੇ ਕਾਫੀ ਪੁਰਾਣੇ ਟਾਈਮ ਤੋਂ ਸੋਚਿਆ ਜਾ ਰਿਹਾ ਸੀ, ਮਤਲਬ ਬਹੁਤ ਏਂਸ਼ੀਅੰਟ ਟਾਈਮਸ, ਬਹੁਤ ਪੁਰਾਣੇ ਸਮਿਆਂ ਦੇ ਵਿੱਚ ਪਹਿਲੇ ਮੈਟਰ ਬਾਰੇ ਜਦ ਪਤਾ ਲੱਗਿਆ ਲੋਕਾਂ ਨੂੰ। ਹੁਣ ਜਿਹੜੇ ਫਿਲੋਸਫਰ ਸੀ ਪੁਰਾਣੇ ਇੰਡੀਅਨ ਫਿਲੋਸਫਰਸ ਜਾਂ ਕੁਝ ਗ੍ਰੀਸ ਤੋਂ ਸੀ, ਮੀਨਸ ਗ੍ਰੀਕ ਫਿਲੋਸਫਰਸ, ਉਹਨਾਂ ਨੇ ਮੈਟਰ ਦੀ ਡਿਵਿਜ਼ਿਬਿਲਿਟੀ ਬਾਰੇ ਸੋਚਣਾ ਸ਼ੁਰੂ ਕੀਤਾ ਕਿ ਜੋ ਮੈਟਰ ਹੈ ਇਹਨੂੰ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ ਜਾਂ ਨਹੀਂ ਡਿਵਾਈਡ ਕਰ ਸਕਦੇ। ਸੋ ਇਨੀਸ਼ੀਅਲੀ ਕੁਝ ਆਪਣੇ ਜਿਹੜੇ ਇੰਡੀਅਨ ਫਿਲੋਸਫਰ ਸੀ ਉਹਨਾਂ ਨੇ ਇਨੀਸ਼ੀਏਟਿਵ ਲਿਆ, ਮਤਲਬ ਉਹਨਾਂ ਨੇ ਇਹ ਕੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਵੱਲੋਂ ਇਹ ਵਰਡਸ ਦਿੱਤੇ, ਮਤਲਬ ਜਸਟ ਫਿਲੋਸਫੀ ਸੀ, ਕੋਈ ਐਕਸਪੈਰੀਮੈਂਟ ਨਹੀਂ ਉਹਨਾਂ ਨੇ ਕੀਤਾ ਕਿ ਜੋ ਮੈਟਰ ਹੈ ਇਹਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ ਇਨਟੂ ਸਮਾਲਰ ਪਾਰਟਸ। ਮਤਲਬ ਆਪਾਂ ਮੈਟਰ ਨੂੰ ਸਲੋਲੀ ਕੀ ਹੈ ਅਗਰ ਡਿਵਾਈਡ ਕਰਦੇ ਜਾਈਏ ਦੈਨ ਆਪਾਂ ਦੇਖਾਂਗੇ ਕਿ ਦ ਸਮੋਲੈਸਟ ਪਾਰਟੀਕਲ ਇੱਕ ਹੁੰਦਾ ਹੈ ਉਹ ਪੋਸੀਬਲ ਹੈ, ਮਤਲਬ ਇੱਕ ਉਹਦਾ ਇੱਕ ਸਮੋਲੈਸਟ ਪਾਰਟੀਕਲ ਹੋਏਗਾ, ਉਸ ਤੋਂ ਅੱਗੇ ਆਪਾਂ ਉਹਨੂੰ ਕੀ ਹੈ ਡਿਵਾਈਡ ਨਹੀਂ ਕਰ ਸਕਦੇ। ਸੋ ਉਹਨਾਂ ਨੇ ਇਸ ਦਾ ਨਾਮ ਦਿੱਤਾ ਪਰਮਾਣੂ। ਸੋ ਜਿਹੜੇ ਆਪਣੇ ਇੰਡੀਅਨ ਫਿਲੋਸਫਰ ਸੀ ਉਹਨਾਂ ਨੇ ਉਹਦਾ ਨਾਮ ਕੀ ਦਿੱਤਾ? ਪਰਮਾਣੂ। ਸੋ ਇੱਕ ਹੋਰ ਇੰਡੀਅਨ ਫਿਲੋਸਫਰ ਸੀ ਇਹਨਾਂ ਤੋਂ ਇਲਾਵਾ। ਸੋ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਪਾਰਟੀਕਲਸ ਨੇ ਛੋਟੇ ਵੈਰੀ ਸਮਾਲ ਜਾਂ ਟਾਈਨੀ ਪਾਰਟੀਕਲਸ, ਇਹ ਆਪਸ ਦੇ ਵਿੱਚ ਜੁੜ ਕੇ ਮਤਲਬ ਇਹ ਕੰਬੀਨੇਸ਼ਨ ਦੇ ਵਿੱਚ ਹੀ ਰਹਿੰਦੇ ਨੇ, ਆਪਸ ਦੇ ਵਿੱਚ ਕੰਬਾਈਨ ਕਰਕੇ ਇਹ ਮੈਟਰ ਦੀਆਂ ਡਿਫਰੈਂਟ ਫਾਰਮਸ ਬਣਾਉਂਦੇ ਨੇ। ਡਿਫਰੈਂਟ ਫਾਰਮਸ ਮੀਨਸ ਸੋਲਿਡ, ਲਿਕੁਇਡ, ਗੈਸ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਵੱਲੋਂ ਇਹ ਕੁਝ ਆਪਾਂ ਨੂੰ ਗੱਲਾਂ ਦੱਸੀਆਂ। ਕਿੰਨਾ ਨੇ ਦੱਸੀਆਂ? ਕੁਝ ਇੰਡੀਅਨ ਫਿਲੋਸਫਰਸ ਨੇ। ਉਸ ਤੋਂ ਬਾਅਦ ਕੁਝ ਗ੍ਰੀਸ ਦੇ ਫਿਲੋਸਫਰਸ ਸੀਗੇ, ਗ੍ਰੀਕ ਫਿਲੋਸਫਰਸ ਵਰ ਦੇਅਰ। ਉਹਨਾਂ ਨੇ ਵੀ ਆਪਣੇ ਵੱਲੋਂ ਕੀ ਹੈ ਕੁਝ ਗੱਲਾਂ ਦੱਸੀਆਂ ਆਪਾਂ ਨੂੰ। ਮੀਨਸ ਗੱਲਾਂ ਕਿਉਂ ਕਹਿ ਰਹੀ ਹਾਂ? ਬਿਕੋਜ਼ ਜਸਟ ਇਹ ਫਿਲੋਸਫੀ ਸੀ, ਕੋਈ ਐਕਸਪੈਰੀਮੈਂਟ ਕਰਕੇ ਨਹੀਂ ਦੇਖਿਆ ਗਿਆ ਸੀ ਕਿ ਹਾਂ ਅਸਲ ਦੇ ਵਿੱਚ ਇਹ ਚੀਜ਼ ਐਗਜ਼ਿਸਟ ਕਰਦੀ ਹੈ ਜਾਂ ਨਹੀਂ ਕਰਦੀ। ਸੋ ਉਹਨਾਂ ਵੱਲੋਂ ਵੀ ਇਹੀ ਚੀਜ਼ ਦੱਸੀ ਗਈ ਕਿ ਜਿਹੜਾ ਮੈਟਰ ਹੈ ਜਿਹਨੂੰ ਆਪਾਂ ਪੰਜਾਬੀ 'ਚ ਪਦਾਰਥ ਬੋਲਦੇ ਹਾਂ, ਸੋ ਉਹਨੂੰ ਆਪਾਂ ਕੀ ਹੈ ਫਰਦਰ ਡਿਵਾਈਡ ਕਰ ਸਕਦੇ ਹਾਂ। ਸੋ ਉਹਨੂੰ ਆਪਾਂ ਡਿਵਾਈਡ ਕਰਦੇ ਜਾਵਾਂਗੇ। ਸੋ ਇੱਕ ਪੁਆਇੰਟ ਆਏਗਾ ਜਿੱਥੇ ਜਾ ਕੇ ਆਪਾਂ ਨੂੰ ਇੱਕ ਸਮੋਲੈਸਟ ਪਾਰਟੀਕਲ ਮਿਲੇਗਾ। ਸੋ ਉਸ ਪਾਰਟੀਕਲ ਨੂੰ ਫਰਦਰ ਆਪਾਂ ਹੋਰ ਨਹੀਂ ਤੋੜ ਸਕਦੇ, ਉਹਦੀ ਡਿਵਿਜ਼ਿਬਿਲਿਟੀ ਪੋਸੀਬਲ ਨਹੀਂ ਹੈ। ਸੋ ਸਿਮਿਲਰਲੀ ਇਹੀ ਚੀਜ਼ ਆਪਾਂ ਨੂੰ ਇੱਕ ਇੰਡੀਅਨ ਫਿਲੋਸਫਰ ਨੇ ਵੀ ਦੱਸੀ ਸੀ, ਬਟ ਉਹਨਾਂ ਨੇ ਇਹਦਾ ਨਾਮ ਕੀ ਰੱਖਿਆ? ਉਹਨਾਂ ਨੇ ਇਸ ਸਮੋਲੈਸਟ ਪਾਰਟੀਕਲ ਦਾ ਨਾਮ ਰੱਖਿਆ ਐਟਮ। ਸੋ ਉਹਨੂੰ ਕਿਹਾ ਗਿਆ ਐਟਮ। ਸੋ ਗ੍ਰੀਕ ਦੇ ਜਿਹੜੇ ਫਿਲੋਸਫਰ ਸੀ, ਗ੍ਰੀਕ ਫਿਲੋਸਫਰਸ, ਉਹਨਾਂ ਵੱਲੋਂ ਸਮੋਲੈਸਟ ਪਾਰਟੀਕਲ ਨੂੰ ਨਾਮ ਦਿੱਤਾ ਗਿਆ ਐਟਮ। ਸੋ ਹੁਣ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਪੜ੍ਹੀਏ ਕਲਾਸੀਫਿਕੇਸ਼ਨ। ਜਿਵੇਂ ਤੁਸੀਂ ਦੇਖੀ ਸੀ ਕਿ ਐਲੀਮੈਂਟ, ਕੰਪਾਊਂਡ ਜਾਂ ਫਿਰ ਮਿਕਸਚਰ। ਸੋ ਉਹਦੀ ਕਲਾਸੀਫਿਕੇਸ਼ਨ ਤੋਂ ਬਾਅਦ ਹੀ ਅੱਗੇ ਕੀ ਹੈ ਇਹਦੇ ਬਾਰੇ ਕੁਝ ਡਿਸਕਵਰੀ ਸ਼ੁਰੂ ਹੋਈ। ਹੁਣ ਟਿਲ ਦ ਐਂਡ ਆਫ ਮਤਲਬ 18th ਸੈਂਚੁਰੀ ਤੱਕ ਕੀ ਹੈ ਆਪਾਂ ਨਹੀਂ ਦੇਖਿਆ ਕਿ ਐਟਮ ਨੂੰ ਆਪਾਂ ਅੱਗੇ ਕਿਸ ਤਰ੍ਹਾਂ ਸਟੱਡੀ ਕਰ ਸਕਦੇ ਹਾਂ। 18th ਸੈਂਚੁਰੀ ਦੇ ਐਂਡ ਤੱਕ ਕੁਝ ਸਾਇੰਟਿਸਟ ਨੇ ਡਿਸਕਵਰ ਕੀਤਾ ਕਿ ਐਲੀਮੈਂਟ ਜਾਂ ਕੰਪਾਊਂਡ ਜਾਂ ਮਿਕਸਚਰ ਇਹ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ, ਹੈ ਤਾਂ ਫਾਰਮਸ ਆਫ ਮੈਟਰ ਹੀ, ਬਟ ਇਹ ਕੀ ਹਨ? ਡਿਫਰੈਂਟ ਨੇ। ਸੋ ਉਸ ਤੋਂ ਬਾਅਦ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਜਿਹੜੇ ਐਟਮਸ ਨੇ ਉਹ ਕਿੱਦਾਂ ਆਪਸ 'ਚ ਕੰਬਾਈਨ ਕਰਦੇ ਨੇ ਔਰ ਕਿਉਂ ਆਪਸ 'ਚ ਕੰਬਾਈਨ ਕਰਦੇ ਨੇ, ਔਰ ਕਿਸ ਤਰ੍ਹਾਂ ਜਿਹੜੇ ਐਲੀਮੈਂਟਸ ਨੇ, ਕੰਪਾਊਂਡਸ ਨੇ ਜਾਂ ਫਿਰ ਜਿਹੜੇ ਮਿਕਸਚਰਸ ਨੇ ਉਹ ਬਣਦੇ ਨੇ। ਸੋ ਇਹ ਸਾਰੀ ਗੱਲਬਾਤ ਤੋਂ ਬਾਅਦ ਹੁਣ ਆਪਾਂ ਅੱਗੇ ਦੇਖਾਂਗੇ ਕੁਝ ਲਾਜ਼। ਸੋ ਇਹ ਥੋੜ੍ਹੀ ਜਿਹੀ ਹਿਸਟਰੀ ਸੀ ਕਿ ਮਤਲਬ ਕਿਹਦੇ ਵੱਲੋਂ ਕੀ ਨਾਮ ਦਿੱਤਾ ਗਿਆ। ਸੋ ਪਰਮਾਣੂ ਪਹਿਲਾਂ ਕੁਝ ਇੰਡੀਅਨ ਫਿਲੋਸਫਰਸ ਵੱਲੋਂ ਨਾਮ ਦਿੱਤਾ ਗਿਆ ਸੀ ਔਰ ਬਾਅਦ ਦੇ ਵਿੱਚ ਗ੍ਰੀਕ ਫਿਲੋਸਫਰਸ ਵੱਲੋਂ ਸਮੋਲੈਸਟ ਪਾਰਟੀਕਲ ਆਫ ਮੈਟਰ ਉਹਨੂੰ ਨਾਮ ਦਿੱਤਾ ਗਿਆ ਐਟਮ। ਸੋ ਹੁਣ ਆਪਾਂ ਅੱਗੇ ਦੇਖਾਂਗੇ ਕਿ ਉਹਨਾਂ ਦੀ ਕੰਬੀਨੇਸ਼ਨ ਬਾਰੇ ਕੁਝ ਲਾਜ਼ ਦਿੱਤੇ ਗਏ ਸੀ ਕੁਝ ਸਾਇੰਟਿਸਟ ਵੱਲੋਂ। ਸਾਇੰਟਿਸਟ ਸੀ ਲੈਵੋਇਜ਼ੀਅਰ ਤੇ ਇੱਕ ਹੋਰ ਸਾਇੰਟਿਸਟ ਸੀਗੇ ਜੋਸੈਫ।
ਸੋ ਉਹਨਾਂ ਵੱਲੋਂ ਕੁਝ ਲਾਜ਼ ਦਿੱਤੇ ਗਏ, ਹੁਣ ਆਪਾਂ ਉਹ ਲਾਜ਼ ਦੇਖਾਂਗੇ। ਸੋ ਆਪਣਾ ਫਰਸਟ ਟੌਪਿਕ ਹੀ ਹੈ ਇਸ ਚੈਪਟਰ ਦਾ, ਦੈਟ ਇਜ਼ ਲਾਜ਼ ਆਫ ਕੈਮੀਕਲ combination. So first is laws of chemical combination. So ਨਾਮ ਤੋਂ ਹੀ ਕਲੀਅਰ ਹੈ ਕਿ ਆਪਾਂ ਕੀ ਪੜਾਂਗੇ। ਇਹਦੇ ਵਿੱਚ ਆਪਾਂ ਕੁਝ ਲਾਜ਼ ਦੀ ਗੱਲ ਕਰਾਂਗੇ। किस चीज़ के लॉज ने? कैमिकल कॉम्बीनेशन। हम कैमिकल कॉम्बीनेशन की है कि कोई कैमिकल रिएक्शन हो रही है या फिर कोई कैमिकल चेंज ते कैमिकल रिएक्शन इको ही गल है। मतलब की है ਇਹਦਾ कि कोई एक रिएक्शन हुई अपनी किद्दां दी रिएक्शन हुई ਜਿਹਦੇ ਵਿੱਚ एक पुराना सबसटेंस ਸੀ ਆਪਣੇ ਕੋਲ, कोई पुराना मटीरियल ਸੀ, एक नਵੇਂ मटीरियल 'ਚ कन्वर्ट हो गया और नाल कुछ बाय प्रोडक्ट्स भी निकल सकते हैं। मतलब उस तो इलावा भी कुछ नवीं चीज़ां बन सकदियां ने। फॉर एग्जाम्पल अगर आप बर्निंग ऑफ कैंडल की एग्जाम्पल लईए कि आप मोमबत्ती नूं जलाया है, ਦੈਨ ਉਸ ਟਾਈਮ ਕੀ ਹੈ ਆਪਣੇ ਕੋਲ ਇਨੀਸ਼ੀਅਲੀ ਵੈਕਸ ਸੀ, ਉਹਨੂੰ ਆਪਾਂ ਬਰਨ ਕੀਤਾ, ਦੈਨ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਹੈ ਬਰਨਿੰਗ ਪੋਸੀਬਲ ਹੋਈ। ਆਪਣੇ ਕੋਲ ਪ੍ਰੋਡਕਟਸ ਦੇ ਵਿੱਚ ਕੀ ਆਉਣਗੇ? ਲਾਈਟ ਮਿਲੂਗੀ, ਹੀਟ ਮਿਲੂਗੀ ਔਰ ਨਾਲ ਕਾਰਬਨ ਡਾਈਆਕਸਾਈਡ ਵੀ ਹੈ। ਸੋ ਆਪਣੇ ਕੋਲ ਇੱਕ ਨਵੇਂ ਪ੍ਰੋਡਕਟਸ ਆ ਗਏ ਔਰ ਉਹਨਾਂ ਨੂੰ ਆਪਾਂ ਕੰਬਾਈਨ ਕਰਕੇ ਦੁਬਾਰਾ ਤੋਂ ਪਹਿਲਾਂ ਵਾਲੇ ਪ੍ਰੋਡਕਟਸ, ਪਹਿਲਾਂ ਵਾਲੀਆਂ ਚੀਜ਼ਾਂ ਨਹੀਂ ਬਣਾ ਸਕਦੇ। ਮਤਲਬ ਕਿ ਵੈਕਸ ਨਹੀਂ ਬਣਾਈ ਜਾ ਸਕਦੀ। ਇਹ ਕੀ ਹੈ? ਐਗਜ਼ਾਮਪਲ ਹੈ ਇੱਕ ਕੈਮੀਕਲ ਰਿਐਕਸ਼ਨ ਦੀ। ਸੋ ਆਪਾਂ ਉਹਨਾਂ ਦੇ ਕੁਝ ਲਾਜ਼ ਪੜ੍ਹਨੇ ਨੇ। ਸੋ ਸਾਇੰਟਿਸਟ ਸੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ, ਲੈਵੋਇਜ਼ੀਅਰ ਤੇ ਜੋਸਫ, ਉਹਨਾਂ ਵੱਲੋਂ ਕੀ ਹੈ ਇਹ ਲਾਜ਼ ਦਿੱਤੇ ਗਏ ਸੀ। ਸੋ ਇਹਨਾਂ ਦੇ ਵਿੱਚ ਆਪਾਂ ਦੋ ਲਾਜ਼ ਪੜ੍ਹਨੇ ਨੇ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਦੇ। ਇੱਕ ਹੈ ਆਪਣਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਸੋ ਆਪਾਂ ਸਟਾਰਟ ਕਰਾਂਗੇ ਪਹਿਲੇ ਲਾਅ ਦੇ ਨਾਲ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਸੋ ਪਹਿਲਾ ਲਾਅ, ਵੈਸੇ ਤਾਂ ਨਾਮ ਤੋਂ ਹੀ ਕਾਫੀ ਕਲੀਅਰ ਹੋ ਰਿਹਾ ਹੈ, ਲਾਅ ਆਫ कंजरवेशन ऑफ मास। कंजरवेशन वर्ड की है? कंजरवेशन मीनस कॉन्स्टेंट रहना, सेम रहना या कोई चेंज ना आना, कि कोई चीज़ पहला उसकी वैल्यू इन्नी सी तो बाद दे विच भी जब कोई चेंज होया उसकी वैल्यू फिक्सड ही रही, कॉन्स्टेंट रही, सेम रही, उन्होंने आप की बोलते हैं कंजरवेशन। सो लॉ ऑफ कंजरवेशन ऑफ मास की है कि जो कोई भी कैमिकल चेंज हो रहा है या कोई कैमिकल रिएक्शन हो रही है, दैन उहदे दौरान जिहड़े अपने कोल नवे प्रोडक्ट आए ने उन्हां दा जिहड़ा मास की होएगा बिल्कुल सेम रहेगा जो कि अपने कोल पहला वालियां चीज़ां सी या पहला वाले जिहड़े रिएक्टेंट सी उन्हां दे बराबर रहूगा। मतलब मास दे विच कोई चेंज नहीं आऊगा जो भी कोई कैमिकल रिएक्शन हो रही है या फिर कोई कैमिकल चेंज हो रहा है। सो जस्ट इहदे विच इन्नी की गल है। आपां एक एग्जाम्पल लै सकते हाँ इहदे लई थोड़ा होर इहनूं अच्छी तरह समझण दे लई। सो इहदे लई मैं दो इत्थे सैट्स ड्रॉ करांगी। आपां कैमिकल्स लै रहे हाँ, मान लो मेरे कोल है एक सैट X, एक सैट Y। सो नंबर ऑफ कैमिकल्स, सो मैं कुछ कैमिकल्स के नेम्स लिखण जा रही हाँ हुण। सो स्टार्टिंग एक लै लैने आप कॉपर सल्फेट, दैन बेरियम क्लोराइड, लेड नाइट्रेट। सो ये सारे X दे अंडर। हुण Y दे अंडर सो एक सेकेंड सैट है अपने कोल। सो ये भी मैं उस तरह तीन होर लवांगी, तीन कैमिकल्स। फर्स्ट वन इज सोडियम कार्बोनेट, सोडियम सल्फेट और थर्ड वन आप ले लीए सोडियम क्लोराइड। ओके, जस्ट इस लॉ नूं थोड़ा जिहा होर एक्सप्लेन करने के लिए मैं आ चीज़ लई है। दो सैट ने अपने कोल, एक सैट X, तीन कैमिकल्स ये ने और तीन ही Y दे विच ने। सो ये एक सैट बन रहा है जिवें फर्स्ट सोडियम कॉपर सल्फेट ते सोडियम कार्बोनेट, बेरियम क्लोराइड ते सोडियम सल्फेट, लेड नाइट्रेट एंड सोडियम क्लोराइड। मतलब तीन सैट मैं लिखे ने इत्थे। दैन हुण आपां करना की है, आपां इन्हां दे विचों कोई एक सैट चूज़ करांगे। मान लो आपां फर्स्ट ही लै लीए। सो आपां ये सैट चूज़ कीता। ਆਪਾਂ ਦੋਨੋਂ ਚੀਜ਼ਾਂ ਦਾ ਕੀ ਹੈ 5% ਸੋਲੂਸ਼ਨ ਬਣਾਉਣਾ ਹੈ। ਹੁਣ 5% ਸੋਲੂਸ਼ਨ ਜੇ ਤੁਹਾਨੂੰ ਯਾਦ ਹੋਵੇ ਪਹਿਲਾਂ ਤੁਸੀਂ ਜ਼ਰੂਰ ਪੜਿਆ ਹੋਵੇਗਾ 5% ਸੋਲੂਸ਼ਨ ਕੀ ਹੁੰਦਾ ਹੈ। 5% ਸੋਲੂਸ਼ਨ ਅਗਰ ਕਾਪਰ ਸਲਫੇਟ ਦਾ ਬਣਾਉਣਾ ਹੋਵੇ ਦੈਨ ਆਪਾਂ ਕੀ ਲਵਾਂਗੇ 5 ਗ੍ਰਾਮ ਆਫ ਕਾਪਰ ਸਲਫੇਟ ਇਨ 100 ml ਆਫ ਸੋਲੂਸ਼ਨ। ਇੱਕ ਹੁੰਦਾ ਹੈ ਸੋਲਿਊਟ, ਇੱਕ ਸੋਲਵੈਂਟ, ਇੱਕ ਹੁੰਦਾ ਹੈ ਸੋਲੂਸ਼ਨ। ਸੋਲਿਊਟ ਜਿਹੜੀ ਆਪਾਂ ਕੁਆਂਟਿਟੀ ਥੋੜੀ ਕੁਆਂਟਿਟੀ 'ਚ ਚੀਜ਼ ਲੈ ਰਹੇ ਹਾਂ, ਸੋਲਵੈਂਟ ਜਿਹਦੇ 'ਚ ਮਿਕਸ ਕਰ ਰਹੇ ਹਾਂ ਔਰ ਪੂਰਾ ਦੋਨੋਂ ਮਿਕਸ ਹੋ ਕੇ ਕੀ ਬਣਾਉਂਦੇ ਨੇ ਸੋਲੂਸ਼ਨ ਬਣਾਉਂਦੇ ਨੇ। ਸੋ ਟੋਟਲ 100 ml ਆਫ ਸੋਲੂਸ਼ਨ ਦੇ ਵਿੱਚ ਆਪਾਂ ਐਡ ਕੀ ਕਰਨਾ ਹੈ 5 ਗ੍ਰਾਮ ਆਫ ਕਾਪਰ ਸਲਫੇਟ। ਐਂਡ ਇਨ ਦਿਸ ਕੇਸ ਆਪਾਂ ਸੋਲਵੈਂਟ ਕਿਹੜਾ ਲੈ ਰਹੇ ਹਾਂ, ਕਿਹਦੇ 'ਚ ਮਿਕਸ ਕਰਾਂਗੇ ਇਹਨੂੰ ਵਾਟਰ ਦੇ ਵਿੱਚ। ਸੋ ਦੈਟ ਇਜ਼ 5% ਸੋਲੂਸ਼ਨ। ਸੋ ਆਪਾਂ
कॉपर सल्फेट का भी बनावांगे और सोडियम कार्बोनेट का भी बनावांगे। सो एक्स और वाई दो आ गए अपने को। एक नूं आपां रख रहे हाँ कॉनिकल फ्लास्क दे विच, अपने को एक कॉनिकल फ्लास्क है। सो मान लो वाई सोल्यूशन नूं मैं जिहड़ा 5% सोल्यूशन बनाया है उन्होंने मैं कॉनिकल फ्लास्क 'च रखिया। एक्स तो जिहड़ा अपने को 5% सोल्यूशन आया उन्होंने आप एक इग्निशन ट्यूब 'च रख लांगे। इग्निशन ट्यूब की हुंदी है एक जस्ट छोटी जी ट्यूब है, उहदे 'च आपां अगर थोड़ी जी अमाउंट दे विच कोई सबसटेंस रख के उन्होंने हीट करना हुंदा है डायरैक्टली फ्लेम के उपर, दैन आपां उन्होंने इग्निशन ट्यूब नूं यूज़ करते हाँ। सो हुण एक्स वाला सोल्यूशन आपां इग्निशन ट्यूब 'च रखिया। सो मैं दसांगी कि इस तरह क्यों शो कीता है। ओके सो उन्होंने इग्निशन ट्यूब एक्स वाला इग्निशन ट्यूब वाई वाला कॉनिकल फ्लास्क दे विच, दैन फाइनली की कीता मैं इग्निशन ट्यूब नूं कॉनिकल फ्लास्क दे विच प्लेस कीता है, थ्रेड दे नाल अटैच कीता होया है, थोड़ा जिहा उन्होंने टिल्टेड आपां रखिया है सो दैट जिहड़े सोल्यूशनस ने दोनों 5% सोल्यूशनस मिक्स ना हो पाउण। उपरों आपां की है कॉर्क लगाई है, उन्होंने क्लोज कर दिता। सो ये अपने कोल की है पूरा सैटअप है। हुण करना की है आपां चैक करना है कि ये जिहड़ा लॉ है वेरीफाई हुंदा है या नहीं हुंदा है, किद्दां चैक कर सकते हैं। सो फर्स्टली तो आपां जिहड़ा अपने कोल ये पूरा अपरेटस मीनस पूरा ये जो अपने कोल रेडी होया है इनू आपां वे करांगे, मतलब इहदा मास चैक करांगे इस कॉनिकल फ्लास्क दा अलॉन्ग विद द कंटेंट्स मतलब जिहड़ियां चीज़ां विच पईयां ने उहदे नाल ही उहदा आपां मास चैक करांगे, उहनूं नोट डाउन कर लांगे। दैन सैकेंडली आपां की करांगे हुण जिहड़ी विच इग्निशन ट्यूब है जिहदे विच किहड़ा सोल्यूशन है एक्स का 5% सोल्यूशन, उन्होंने आप थोड़ा जिहा टिल्ट करके इनू हिलावांगे स्वर्ल करांगे। सो घुमाउण दे नाल की है सारा जिहड़ा सोल्यूशन है एक्स ते वाई दोनों आपस दे विच मिक्स हो जाएंगे। सो मिक्स होने तो बाद अगेन आप की करांगे कॉनिकल फ्लास्क का मास चैक करांगे। सो आप फिर आपस कंपेयर करांगे कि जिहड़ा मास आया है पहला मतलब जो वो मिक्स नहीं हुए सी वो वाला मास और बाद दे विच जो वो मिक्स हो गए उस तो बाद वाला मास की वो बराबर ने। सो आप देखेंगे कि जी मास की वैल्यू आएगी वो बराबर ही आएगी। एंड होया की है इत्थे एक कैमिकल रिएक्शन हो रही है, एक कैमिकल चेंज होया है। सो दैट इज़ वाई अपना की है लॉ इत्थे वेरीफाई होएगा कि जब भी कोई कैमिकल चेंज हो रहा है दैन ड्यूरिंग दैट जिहड़ा मास है वो की होएगा सेम रहेगा, चेंज नहीं होएगा। सो अगर देखना होवे कि किद्दां दी कैमिकल रिएक्शन हुई है बिकॉज आपां कॉपर सल्फेट नूं ऐड कीता है सोडियम कार्बोनेट दे विच। सो इत्थे डबल डिसप्लेसमेंट रिएक्शन होएगी। जे तुसीं वर्ड नहीं सुनिया मैं थोड़ा जिहा दसना, डबल डिसप्लेसमेंट मतलब कि इत्थों भी एक चीज़ डिसप्लेस होनी है और इत्थों भी। हुण मैं अगर आंसर देना होवे कि अपने कोल की प्रोडक्ट्स आउणगे कॉपर सल्फेट प्लस सोडियम कार्बोनेट की बनाउणगे कॉपर कार्बोनेट एंड सोडियम सल्फेट। सो अपने को ये प्रोडक्ट्स दे विच आउणगे मतलब एक कैमिकल रिएक्शन हुई पर जिहड़ा मास सी वो की रहा सेम रहा। सो फाइनली अगर आप लॉ नूं डिफाइन करना होवे लॉ नूं आपां किद्दां डिफाइन कर सकते हैं दैट द लॉ ऑफ कंजर्वेशन ऑफ मास इट स्टेट्स दैट मास कैन नाइदर बी क्रिएटेड नॉर बी डिस्ट्रॉयड ड्यूरिंग अ कैमिकल रिएक्शन। सो मैंने लिखदा बिकॉज स्टेटमेंट इज़ वेरी इंपॉर्टेंट और एग्जाम दे विच बिकॉज ये सारा एक्सप्लेन नहीं करना तुसीं, ये जस्ट थोड़ी नॉलेज दे लई सी, सिर्फ लॉ देना है। लॉ की है इट स्टेट्स दैट मास कैन नीदर बी क्रिएटेड नॉर बी डिस्ट्रॉयड ड्यूरिंग एनी केमिकल चेंज। केमिकल चेंज या केमिकल रिएक्शन भी लिख सकते हैं। सो इट इज़ वेरी सिंपल। और इन्हों एक्सप्लेन करने की तो ज़्यादा लोड ही नहीं बिकॉज आप एक्सपेरिमेंट देख लिया है कि मास की रहेगा बिल्कुल कांस्टेंट रहेगा। हम सेकेंड लॉ वाल चलिए। सो लॉज ऑफ केमिकल कॉम्बिनेशन के अंडर दो लॉज पढ़ने सी, एक लॉ आप पढ़ लिया, हम आप नैक्सट लॉ पढ़ांगे दैट इज लॉ ऑफ कॉन्स्टेंट प्रोपोर्शनस। सो हम आप गल करते हैं अपने अगले लॉ की। अगला लॉ है लॉ ऑफ कॉन्स्टेंट प्रोपोर्शनस, जिवें कि मैं पहले ही दसिया लॉ ऑफ कॉन्स्टेंट प्रोपोर्शनस। सो ये अपना सेकेंड लॉ है। हुण जिहड़े साइंटिस्ट सी लेवॉइजियर सो उन्होंने की नोट किया कि जिहड़े कंपाउंड्स ने, हुण मैं आ नहीं एक्सप्लेन करूँगी कि एलीमेंट कंपाउंड मिक्सचर की ने बिकॉज इस तो पिछले लेक्चर पिछले लेसन तुसीं ये सारा कुछ पढ़ चुके हो। सो हुण जिहड़े कंपाउंड्स ने
ਕੰਪਾਊਂਡਸ ਦੇ ਵਿੱਚ ਐਲੀਮੈਂਟਸ ਪ੍ਰੈਜ਼ੈਂਟ ਹੁੰਦੇ ਨੇ, ਇਹ ਤੁਹਾਨੂੰ ਪਤਾ ਹੀ ਹੈ। ਸੋ ਉਹਨਾਂ ਨੇ ਕੀ ਨੋਟ ਕੀਤਾ ਕਿ ਜਿਹੜੇ ਕੰਪਾਊਂਡਸ ਨੇ ਉਹਨਾਂ 'ਚ ਜਿਹੜੇ ਐਲੀਮੈਂਟਸ ਪ੍ਰੈਜ਼ੈਂਟ ਨੇ ਉਹ ਕੀ ਨੇ, ਇੱਕ ਫਿਕਸਡ ਪ੍ਰੋਪੋਰਸ਼ਨ 'ਚ। ਫਿਕਸਡ ਪ੍ਰੋਪੋਰਸ਼ਨ ਮੀਨਸ ਇੱਕ ਫਿਕਸਡ ਅਮਾਊਂਟ ਹੁੰਦੀ ਹੈ, ਇੱਕ ਫਿਕਸਡ ਅਮਾਊਂਟ ਦੇ ਵਿੱਚ ਹੀ ਉਹਨਾਂ 'ਚ ਪ੍ਰੈਜ਼ੈਂਟ ਹੁੰਦੇ ਨੇ। ਮਤਲਬ ਇਸ ਚੀਜ਼ ਤੇ ਡਿਪੈਂਡ ਨਹੀਂ ਕਰਦਾ ਕਿ ਜਿਹੜਾ ਕੰਪਾਊਂਡ ਹੈ ਆਪਾਂ ਕਿੱਦਾਂ ਬਣਾਇਆ ਹੈ, ਕਿੱਥੋਂ ਲਿਆ ਹੈ, ਮਤਲਬ ਉਹਦਾ ਸੋਰਸ ਕੀ ਸੀ, ਜਾਂ ਫਿਰ ਕਿਸ ਪਰਸਨ ਨੇ ਉਹਨੂੰ ਬਣਾਇਆ ਹੈ, ਮਤਲਬ ਜਿਹੜਾ ਵੇ ਹੈ ਉਹਨੂੰ ਬਣਾਉਣ ਦਾ ਡਿਫਰੈਂਟ ਹੋ ਸਕਦਾ ਹੈ। ਇਸ ਚੀਜ਼ ਤੇ ਡਿਪੈਂਡ ਨਾ ਕਰਦੇ ਹੋਏ ਜਿਹੜਾ ਵੀ ਕੰਪਾਊਂਡ ਹੈ ਉਹਦੇ 'ਚ ਜਿਹੜੇ ਐਲੀਮੈਂਟਸ ਹੁੰਦੇ ਨੇ ਉਹ ਵੀ ਫਿਕਸਡ ਨੇ, ਮਤਲਬ ਉਹ ਕਦੇ ਚੇਂਜ ਨਹੀਂ ਹੁੰਦੇ। ਔਰ ਜਿਹੜੀ ਉਹਨਾਂ ਦੀ ਰੇਸ਼ੋ ਹੈ, ਮਤਲਬ ਜਿਹੜੀ ਪ੍ਰੋਪੋਰਸ਼ਨ ਹੈ ਵਿਦ ਰਿਸਪੈਕਟ ਟੂ ਈਚ ਅਦਰ, ਕਿ ਮਤਲਬ ਇੱਕ ਚੀਜ਼ ਇੰਨੀ ਹੋਏਗੀ ਤਾਂ ਉਹਦੇ ਮੁਕਾਬਲੇ ਦੂਜੀ ਚੀਜ਼ ਉਹਦੇ 'ਚ ਉਨੀ ਹੀ ਹੋਏਗੀ, ਦੈਨ ਉਹ ਜਿਹੜੀ ਪ੍ਰੋਪੋਰਸ਼ਨ ਹੈ ਉਹ ਵੀ ਫਿਕਸਡ ਸੀਗੀ। ਸੋ ਇਹਨੂੰ ਥੋੜਾ ਜਿਹਾ ਹੋਰ ਸਮਝਣ ਦੇ ਲਈ ਅਗਰ ਆਪਾਂ ਐਗਜ਼ਾਮਪਲ ਲੈ ਲਈਏ, ਐਗਜ਼ਾਮਪਲ ਵਾਟਰ ਦੀ ਐਗਜ਼ਾਮਪਲ ਲਈਏ ਅਗਰ ਆਪਾਂ H2O। ਸੋ ਅਗਰ ਆਪਾਂ ਹੁਣ ਚੈੱਕ ਕਰੀਏ ਬਾਏ ਮਾਸ ਦੋਨਾਂ ਦੇ ਕਿੰਨੀ ਕਿੰਨੀ ਪ੍ਰੋਪੋਰਸ਼ਨ ਹੈ ਇੱਥੇ, ਮਤਲਬ ਕਿੰਨੇ ਪਾਰਟਸ ਪ੍ਰੈਜ਼ੈਂਟ ਨੇ ਦੋਨਾਂ ਦੇ, ਹਾਈਡਰੋਜਨ ਦੇ ਔਰ ਆਕਸੀਜਨ ਦੇ। ਸੋ ਅਗਰ ਮਾਸ ਚੈੱਕ ਕਰਨਾ ਹੋਵੇ, ਬਿਕੋਜ਼ ਹਾਈਡਰੋਜਨ ਦਾ ਮਾਸ ਨੰਬਰ 1, ਸੋ 2 ਐਟਮ ਨੇ ਇੱਥੇ ਆਪਣੇ ਕੋਲ, 2 into 1 2। ਔਰ ਆਕਸੀਜਨ ਦਾ ਚੈੱਕ ਕਰਨਾ ਹੋਵੇ ਇਹਦਾ ਕਿੰਨਾ ਹੁੰਦਾ ਹੈ, ਦੈਟ ਇਜ਼ 16, ਲੇਕਿਨ ਇੱਕੋ ਹੀ ਐਟਮ ਹੈ, ਸੋ ਦੈਟ ਇਜ਼ 16। ਸੋ ਅਗਰ ਆਪਾਂ ਰੇਸ਼ੋ ਲਈਏ ਦੋਨਾਂ ਦੀ 2 ਤੇ 16 ਦੀ, ਸੋ ਕੈਂਸਲਿੰਗ ਹੋਊਗੀ, 2 1s 2 and 2 8s 16। ਸੋ ਆਪਣੇ ਕੋਲ ਰੇਸ਼ੋ ਕੀ ਹੈ, 1:8। ਸੋ ਹੁਣ ਵਾਟਰ ਮੋਲੀਕਿਊਲ ਹੈ, ਕੋਈ ਵਾਟਰ ਮੋਲੀਕਿਊਲ ਚੈੱਕ ਕਰ ਲਓ, ਕੋਈ ਟੈਪ ਵਾਟਰ ਤੋਂ ਲੈ ਲਓ, ਕੋਈ ਰਿਵਰ ਵਾਟਰ ਤੋਂ ਲੈ ਲਓ। ਜਸਟ ਫॉर ਐਗਜ਼ਾਮਪਲ ਬੋਲ ਰਹੀ ਹਾਂ ਕਿ ਜਿਹੜਾ H2O ਹੈ ਇਹਦੇ 'ਚ ਜਿਹੜੀ ਪ੍ਰੋਪੋਰਸ਼ਨ ਹੈ ਹਾਈਡਰੋਜਨ ਤੇ ਆਕਸੀਜਨ ਦੀ, ਇਹ ਕਿਸ ਰੇਸ਼ੋ 'ਚ ਪ੍ਰੈਜ਼ੈਂਟ ਨੇ, 1:8 ਬਾਈ ਮਾਸ, ਇਨ ਟਰਮਸ ਆਫ ਮਾਸ। ਉਸੇ ਤਰ੍ਹਾਂ ਅਗਰ ਕੋਈ ਹੋਰ ਐਗਜ਼ਾਮਪਲ ਲਈਏ, ਅਮੋਨੀਆ ਦੀ ਐਗਜ਼ਾਮਪਲ ਲੈ ਲਓ, NH3, ਨਾਈਟ੍ਰੋਜਨ ਦਾ ਮਾਸ 14, ਹਾਈਡਰੋਜਨ ਦਾ ਅਗੇਨ 1, ਲੇਕਿਨ 3 ਨੇ 3। ਸੋ ਹੁਣ ਇਸ ਕੇਸ ਦੇ ਵਿੱਚ ਜਿਹੜੀ ਨਾਈਟ੍ਰੋਜਨ ਔਰ ਹਾਈਡਰੋਜਨ ਨੇ ਬਾਏ ਮਾਸ ਕਿੰਨੀ ਪ੍ਰੋਪੋਰਸ਼ਨ 'ਚ ਪ੍ਰੈਜ਼ੈਂਟ ਨੇ, ਜਾਂ ਕਿੰਨੀ ਰੇਸ਼ੋ ਇਹਨਾਂ ਦੀ ਇੱਥੇ ਹੈ, ਦੈਟ ਇਜ਼ 14:3। ਔਰ ਹਮੇਸ਼ਾ ਇੰਨੀ ਹੀ ਪ੍ਰੋਪੋਰਸ਼ਨ ਦੇ ਵਿੱਚ ਇਹ ਪ੍ਰੈਜ਼ੈਂਟ ਹੋਣਗੇ ਜਦੋਂ ਵੀ ਆਪਾਂ ਅਮੋਨੀਆ ਦੀ ਗੱਲ ਕਰਾਂਗੇ, ਮਤਲਬ ਜਦੋਂ ਆਪਾਂ ਇਸ ਕੰਪਾਊਂਡ ਦੀ ਗੱਲ ਕਰਾਂਗੇ ਹਮੇਸ਼ਾ ਇਹ ਰੇਸ਼ੋ ਇੰਨੀ ਹੀ ਰਹੇਗੀ ਬਾਏ ਮਾਸ। ਸੋ ਇੱਥੋਂ ਕੀ ਹੈ, ਇਹ ਲਾਅ ਡਰਾਈਵ ਕੀਤਾ ਗਿਆ। ਆਲਸੋ ਹੁਣ ਅਗਰ ਆਪਣੇ ਕੋਲ ਜਿਵੇਂ ਵਾਟਰ ਹੈ, ਵਾਟਰ ਮੋਲੀਕਿਊਲ ਹੈ, ਇਹਦੀ ਡੀਕੰਪੋਜੀਸ਼ਨ ਹੋ ਰਹੀ ਹੈ, ਮੰਨ ਲਓ 9 ਗ੍ਰਾਮ ਹੈ ਆਪਣੇ ਕੋਲ, 9 ਗ੍ਰਾਮ ਆਫ ਕੰਪਾਊਂਡ, ਇਹਦੀ ਡੀਕੰਪੋਜੀਸ਼ਨ ਹੋਈ, ਡੀਕੰਪੋਜ਼ ਹੋਇਆ। ਅਗਰ ਆਪਣੇ ਕੋਲ 1 ਗ੍ਰਾਮ ਹਾਈਡਰੋਜਨ ਮਿਲ ਰਿਹਾ ਹੈ, ਦੈਨ ਉਹਦੇ ਨਾਲ ਆਪਣੇ ਕੋਲ 8 ਗ੍ਰਾਮ ਆਫ ਆਕਸੀਜਨ ਮਿਲੂਗਾ। ਸੋ ਇਹਦਾ ਇਹ ਮਤਲਬ ਹੈ। ਦੈਨ ਇੱਥੋਂ ਹੁਣ ਲਾਅ ਡਿਫਾਈਨ ਕੀਤਾ ਗਿਆ। ਸੋ ਲਾਅ ਡਿਫਾਈਨ ਕੀਤਾ ਗਿਆ ਸੀ ਪ੍ਰਾਊਸਟ ਵੱਲੋਂ। ਸੋ 2 ਸਾਇੰਟਿਸਟ ਸੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਲੈਵੋਇਜ਼ੀਅਰ ਤੇ ਜੋਸੈਫ ਪ੍ਰਾਊਸਟ। ਲੈਵੋਇਜ਼ੀਅਰ ਨੇ ਇਹ ਸਭ ਕੁਝ ਸਟੱਡੀ ਕੀਤਾ ਤੇ ਫਿਰ ਉਹਨਾਂ ਨੇ ਆਪਸ 'ਚ ਕੰਬਾਈਨਲੀ ਕੀ ਹੈ ਇਹ ਲਾਅ ਦਿੱਤਾ। ਜਨਰਲੀ ਸਟੇਟ ਵੈਸੇ ਪ੍ਰਾਊਸਟ ਨੇ ਕੀਤਾ ਸੀ, ਪ੍ਰਾਊਸਟ ਇਹ ਸਾਇੰਟਿਸਟ ਸੀ। ਸੋ ਇਹਨਾਂ ਵੱਲੋਂ ਲਾਅ ਨੂੰ ਡਿਫਾਈਨ ਕੀਤਾ ਗਿਆ। ਲਾਅ ਕੀ ਦੱਸ ਰਿਹਾ ਹੈ ਆਪਾਂ ਨੂੰ, ਸੋ ਇਟ ਸਟੇਟਸ ਦੈਟ ਇਨ a chemical substance, in a chemical substance the elements are always present, in a fixed proportion means ਕਿੰਨੇ ਪਾਰਟਸ ਨੇ, ਮਤਲਬ ਇਹਦੇ ਕਿੰਨੇ ਪਾਰਟਸ ਨੇ, ਦੈਨ ਉਹਦੇ ਕੰਪੈਰੀਟਿਵਲੀ ਦੂਜੇ ਦੇ ਕਿੰਨੇ ਪਾਰਟਸ ਨੇ, ਇਨ ਅ ਫਿਕਸਡ ਪ੍ਰੋਪੋਰਸ਼ਨ ਬਾਈ ਮਾਸ। ਮਤਲਬ ਮਾਸ ਦੀਆਂ ਟਰਮਸ ਦੇ ਵਿੱਚ ਕਿ ਅਗਰ ਇਹਦਾ 1 ਪਾਰਟ ਹੈ ਦੈਨ ਇਹਦੇ 8 ਪਾਰਟਸ ਹੋਣਗੇ ਇਨ H2O। ਸੋ ਇਹ ਲਾਅ ਹੈ, ਇਨ ਅ ਕੈਮੀਕਲ ਸਬਸਟੈਂਸ ਦ ਐਲੀਮੈਂਟਸ ਆਰ ਆਲਵੇਜ਼ ਪ੍ਰੈਜ਼ੈਂਟ ਇਨ ਅ ਫਿਕਸਡ ਪ੍ਰੋਪੋਰਸ਼ਨ ਬਾਈ ਮਾਸ, ਜਿਹਦੀਆਂ ਕਿ 2 ਐਗਜ਼ਾਮਪਲਸ ਵੀ ਮੈਂ ਇੱਥੇ ਦੇ ਦਿੱਤੀਆਂ ਨੇ। ਐਂਡ ਦਿਸ ਲਾਅ, ਇਹਨੂੰ ਆਪਾਂ ਕੀ ਨਾਮ ਦਿੱਤਾ ਹੈ, ਲਾਅ ਆਫ ਕਾਂਸਟੈਂਟ ਪ੍ਰੋਪੋਰਸ਼ਨਸ, ਜਾਂ ਕਈ ਵਾਰ ਇਹਨੂੰ ਲਾਅ ਆਫ ਡੈਫੀਨਿਟ ਪ੍ਰੋਪੋਰਸ਼ਨਸ ਵੀ ਬੋਲ ਦਿੱਤਾ ਜਾਂਦਾ ਹੈ। ਡੈਫੀਨਿਟ ਵੀ ਉਹੀ ਗੱਲ ਹੋਗੀ, ਕਾਂਸਟੈਂਟ ਜਾਂ ਫਿਰ ਫਿਕਸਡ। ਸੋ ਇਹ ਸੀ ਆਪਣਾ ਸੈਕੰਡ ਲਾਅ। ਹੁਣ ਦੋਨੋਂ ਲਾਅਸ ਕਿਹਦੇ ਅੰਡਰ ਆਉਂਦੇ ਨੇ, ਲਾਅਸ ਆਫ ਕੈਮੀਕਲ ਕੰਬੀਨੇਸ਼ਨ। ਕਿਹੜੇ ਕਿਹੜੇ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਐਂਡ ਲਾਅ ਆਫ ਕਾਂਸਟੈਂਟ ਪ੍ਰੋਪੋਰਸ਼ਨ ਜਾਂ ਫਿਰ ਡੈਫੀਨਿਟ ਪ੍ਰੋਪੋਰਸ਼ਨ। ਹੁਣ ਗੱਲ ਆਉਂਦੀ ਹੈ ਇਹਨਾਂ ਦੀ ਐਕਸਪਲੇਨੇਸ਼ਨ ਦੀ, ਮਤਲਬ ਇਹਨਾਂ ਦੀ ਹੁਣ ਐਕਸਪਲੇਨੇਸ਼ਨ ਕਿੱਦਾਂ ਦਿੱਤੀ ਜਾਵੇ ਕਿ ਹਾਂ ਰੀਅਲੀ ਇਹ ਇਦਾਂ ਹੀ ਹੁੰਦਾ ਹੈ। ਸੋ ਇਹਦੇ ਲਈ ਕੈਮਿਸਟ ਸੀ ਇੱਕ ਜੌਨ ਡੈਲਟਨ, ਆਈ ਥਿੰਕ ਤੁਸੀਂ ਮੇਬੀ ਨਾਮ ਵੀ ਸੁਣਿਆ ਹੀ ਹੋਵੇ, ਜਾਂ ਡੈਲਟਨ ਤਾਂ ਜ਼ਰੂਰ ਸੁਣਿਆ ਹੋਏਗਾ, ਡੈਲਟਨ। ਸੋ ਨਾਮ ਉਹਨਾਂ ਦਾ ਹੈ ਜੌਨ ਡੈਲਟਨ। ਸੋ ਇਹਨਾਂ ਵੱਲੋਂ ਥਿਊਰੀ ਦਿੱਤੀ ਗਈ ਸੀ। ਥਿਊਰੀ
ਮਤਲਬ ਜਿਹੜੀ ਐਟੋਮਿਕ ਥਿਊਰੀ ਹੈ ਬੇਸਿਕਲੀ, ਮਤਲਬ ਐਟਮ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਐਕਸਪਲੇਨ ਕੀਤਾ ਗਿਆ ਕਿ ਐਕਚੁਅਲ 'ਚ ਹੈ ਕੀ ਹੈ ਐਟਮ। ਸੋ ਉਹਦੇ ਵਿੱਚ ਆਈ ਥਿੰਕ 5-6 ਪੁਆਇੰਟਸ ਨੇ, ਆਪਾਂ ਹੁਣੀ ਉਹਨਾਂ ਦੀ ਗੱਲ ਕਰਾਂਗੇ। ਸੋ ਇਹਨਾਂ ਵੱਲੋਂ ਕੀ ਹੈ ਉਹ ਥਿਊਰੀ ਦਿੱਤੀ ਗਈ। ਸੋ ਉਹ ਥਿਊਰੀ ਕੀ ਹੈ, ਐਕਸਪਲੇਨ ਕਰਦੀ ਹੈ ਇਹ ਲਾਜ਼ ਨੂੰ। ਮਤਲਬ ਜਿਹੜੀ ਉਹ ਥਿਊਰੀ ਦਿੱਤੀ ਗਈ ਸੀ ਜੌਨ ਡਾਲਟਨ ਦੇ ਵੱਲੋਂ, ਉਹ ਬੇਸਡ ਸੀਗੀ ਇਹਨਾਂ ਲਾਜ਼ ਦੇ ਉੱਪਰ, ਲਾਜ਼ ਆਫ ਕੈਮੀਕਲ ਕੰਬੀਨੇਸ਼ਨਸ ਦੇ ਉੱਪਰ। ਸੋ ਇਹਨਾਂ ਦੇ ਉੱਪਰ ਬੇਸਡ ਹੈ। ਸੋ ਉਹੀ ਜਿਹੜੀ ਸਾਰੀ ਥਿਊਰੀ ਹੈ ਆਪਾਂ ਨੂੰ ਥਿਓਰੈਟੀਕਲ ਐਕਸਪਲੇਨੇਸ਼ਨ ਦੇ ਰਹੀ ਹੈ ਇਹ ਦੋਨੋਂ ਲਾਜ਼ ਦੀ, ਦੈਟ ਥੀਸ ਆਰ ਐਕਚੁਅਲੀ ਐਗਜ਼ਿਸਟਿੰਗ, ਮਤਲਬ ਦੋਨੋਂ ਲਾਜ਼ ਕੀ ਨੇ ਅਸਲ ਦੇ ਵਿੱਚ ਸਹੀ ਨੇ। ਸੋ ਹੁਣ ਆਪਾਂ ਅੱਗੇ ਗੱਲ ਕਰਾਂਗੇ ਇਹਨਾਂ ਦੀ। ਸੋ ਹੁਣ ਜੌਨ ਡਾਲਟਨ ਅਗਰ ਆਪਾਂ ਦੇਖੀਏ ਕਿ ਇਹਨਾਂ ਦੀ ਵੀ ਅਗਰ ਥੋੜੀ ਜਿਹੀ ਆਪਾਂ ਲਾਈਫ ਹਿਸਟਰੀ ਦੇਖਣੀ ਹੋਵੇ ਕਿ ਉਹਨਾਂ ਦਾ ਜਨਮ ਹੋਇਆ ਸੀ ਇੱਕ ਵੀਵਰ ਫੈਮਿਲੀ ਦੇ ਵਿੱਚ। ਵੀਵਰ ਮਤਲਬ ਜੋ ਬੁਣਾਈ ਵਗੈਰਾ ਦਾ ਕੰਮ ਕਰਦੇ ਨੇ ਇਨ ਇੰਗਲੈਂਡ। ਸੋ ਬਹੁਤ ਮਤਲਬ ਠੀਕ ਠਾਕ ਫੈਮਿਲੀ ਸੀ, ਪੂਅਰ ਫੈਮਿਲੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਸੋ ਅਬਾਊਟ ਉਹਨਾਂ ਨੇ 12 ਸਾਲ ਦੀ ਉਮਰ ਦੇ ਵਿੱਚ ਕੀ ਹੈ ਇੱਕ ਐਜ਼ ਅ ਟੀਚਰ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦੈਨ 7-8 ਸਾਲ ਬਾਅਦ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ। ਦੈਨ ਉਸ ਤੋਂ ਬਾਅਦ ਕੀ ਹੈ ਉਹਨਾਂ ਨੇ ਆਪਣੀ ਫਰਦਰ ਮੈਨਚੈਸਟਰ ਜਾ ਕੇ, ਮਤਲਬ ਅਬਾਊਟ 26-27 ਈਅਰਸ ਦੀ ਉਮਰ ਦੇ ਵਿੱਚ ਮੈਨਚੈਸਟਰ ਗਏ। ਉੱਥੇ ਜਾ ਕੇ ਇੱਕ ਕਾਲਜ ਜੁਆਇਨ ਕੀਤਾ ਜਿੱਥੇ ਉਹਨਾਂ ਨੇ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਉਹ ਪੜ੍ਹਾਉਣਾ ਸ਼ੁਰੂ ਕੀਤਾ। ਮੋਸਟ ਆਫ ਦ ਲਾਈਫ ਉਹਨਾਂ ਨੇ ਆਪਣੀ ਉੱਥੇ ਹੀ ਸਪੈਂਡ ਕੀਤੀ, ਉੱਥੇ ਹੀ ਸਾਰੀ ਸਟੱਡੀ, ਉੱਥੇ ਸਾਰੀ ਰਿਸਰਚ ਹੋਈ। ਦੈਨ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਥਿਊਰੀ ਦਿੱਤੀ ਸੀ ਜਿਹਨੂੰ ਆਪਾਂ ਡਾਲਟਨਸ ਐਟੋਮਿਕ ਥਿਊਰੀ ਬੋਲਦੇ ਹਾਂ। ਔਰ ਥਿਊਰੀ ਬਹੁਤ ਬਹੁਤ ਇੰਪੋਰਟੈਂਟ ਹੈ ਬਿਕੋਜ਼ ਇਹਦੇ ਨਾਲ ਮਤਲਬ ਐਟਮ ਦੇ ਨਾਲ ਜੁੜੇ ਹੋਈਆਂ ਕਾਫੀ ਚੀਜ਼ਾਂ ਆਪਾਂ ਨੂੰ ਕੀ ਹਨ ਕਲੀਅਰ ਹੋ ਗਈਆਂ। ਔਰ ਨਾਲ ਦੀ ਨਾਲ ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਜਿਹੜੀ ਥਿਊਰੀ ਹੈ ਉਹ ਥਿਓਰੈਟੀਕਲ ਐਕਸਪਲੇਨੇਸ਼ਨ ਬਣੀ ਕਿੰਨਾ ਦੇ ਲਈ, ਜਿਹੜੇ ਹੁਣੇ ਆਪਾਂ 2 ਲਾਜ਼ ਕੀਤੇ ਨੇ, ਲਾਜ਼ ਆਫ ਕੈਮੀਕਲ ਕੰਬੀਨੇਸ਼ਨ। ਸੋ ਹੁਣ ਆਪਾਂ ਲਾਸਟਲੀ ਇਹ ਥਿਊਰੀ ਕਰਾਂਗੇ, ਦੈਟ ਇਜ਼ ਦ ਡਾਲਟਨਸ ਐਟੋਮਿਕ ਥਿਊਰੀ। ਸੋ ਹੁਣ ਨੈਕਸਟ ਆਪਾਂ ਗੱਲ ਕਰਾਂਗੇ ਅਬਾਊਟ ਦ ਐਟੋਮਿਕ ਥਿਊਰੀ। ਕਿਹੜੀ ਥਿਊਰੀ ਜਿਹੜੀ ਡਾਲਟਨ ਵੱਲੋਂ ਦਿੱਤੀ ਗਈ ਸੀ, ਦੈਟ ਇਜ਼ ਦ ਡਾਲਟਨਸ ਐਟੋਮਿਕ ਥਿਊਰੀ। ਹੁਣ ਆਪਾਂ ਸਟਾਰਟ ਕਰਦੇ ਹਾਂ ਡਾਲਟਨਸ ਐਟੋਮਿਕ ਥਿਊਰੀ। ਸੋ ਹੁਣ ਡਾਲਟਨ ਵੀ ਉਹੀ ਸਪੋਜ਼ ਕਰਕੇ ਚੱਲੇ ਸੀ, ਮਤਲਬ ਜੋ ਪਹਿਲਾਂ ਗ੍ਰੀਕ ਫਿਲੋਸਫਰਸ ਨੇ ਕਿਹਾ ਸੀ। ਐਕਚੁਅਲੀ ਇੰਡੀਅਨ ਫਿਲੋਸਫਰਸ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਮੈਟਰ ਹੈ ਉਹਨੂੰ ਅਗਰ ਆਪਾਂ ਡਿਵਾਈਡ ਕਰਦੇ ਜਾਵਾਂਗੇ ਇਟ ਇਜ਼ ਡਿਵਿਜ਼ੀਬਲ, ਮਤਲਬ ਆਪਾਂ ਉਹਨੂੰ ਡਿਵਾਈਡ ਕਰ ਸਕਦੇ ਹਾਂ ਛੋਟੇ ਪਾਰਟਸ ਦੇ ਵਿੱਚ। ਸੋ ਇੱਕ ਸਮਾਲ ਪਾਰਟੀਕਲ, ਦ ਸਮੋਲੈਸਟ ਪਾਰਟੀਕਲ ਆਫ ਮੈਟਰ, ਉਹਨੂੰ ਕੀ ਨਾਮ ਦਿੱਤਾ ਗਿਆ ਸੀ ਗ੍ਰੀਕ ਫਿਲੋਸਫਰਸ ਵੱਲੋਂ, ਐਟਮ। ਸੋ ਉਹੀ ਚੀਜ਼ ਕੀ ਹੈ ਹੁਣ ਡਾਲਟਨ ਅੱਗੇ ਲੈ ਕੇ ਗਏ। ਸੋ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਹੁਣ ਜਿਹੜੀਆਂ ਮੈਟਰ ਦੀਆਂ ਡਿਫਰੈਂਟ ਫਾਰਮਸ ਨੇ, ਐਲੀਮੈਂਟ, ਕੰਪਾਊਂਡ, ਮਿਕਸਚਰ, ਕੋਈ ਵੀ ਫਾਰਮ ਹੋਵੇ ਉਹ ਸਾਰੇ ਹੀ ਸਾਰੇ ਕੀ ਹਨ, ਦੇ ਆਰ ਫਾਰਮਡ ਆਫ ਐਟਮਸ, ਮਤਲਬ ਉਹ ਸਾਰੇ ਐਟਮਸ ਦੇ ਨਾਲ ਹੀ ਬਣੇ ਹੋਏ ਹਨ। ਸੋ ਹੁਣ ਆਪਾਂ ਪੋਸਟੂਲੇਟਸ ਦੀ ਗੱਲ ਕਰਾਂਗੇ। ਡਾਲਟਨਸ ਐਟੋਮਿਕ ਥਿਊਰੀ ਦੇ ਆਪਾਂ 6 ਪੋਸਟੂਲੇਟਸ ਪੜ੍ਹਨੇ ਨੇ। ਸੋ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਪੋਸਟੂਲੇਟ ਦੇ ਨਾਲ, ਫਰਸਟ ਵਨ। ਸੋ ਫਰਸਟ ਕੀ ਹੈ, ਆਲ ਮੈਟਰ is made up of tiny particles called the atoms. So मतलब जो बहुत टाइम ਪਹਿਲਾਂ ਗੱਲ ਕਹੀ ਗਈ ਸੀ ਕਿ ਜਿਹੜਾ ਮੈਟਰ ਹੈ, ਪਦਾਰਥ ਹੈ, ਉਹ ਕੀ ਹੈ, ਡਿਵਿਜ਼ੀਬਲ ਹੈ, ਉਹਨੂੰ ਆਪਾਂ ਪਾਰਟਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਉਹਦਾ ਜਿਹੜਾ ਸਮੋਲੈਸਟ ਪਾਰਟੀਕਲ ਹੈ ਜਿਹਨੂੰ ਜੋੜ ਕੇ ਪੂਰਾ ਇੱਕ ਆਪਣੇ ਕੋਲ ਮੈਟਰ ਕ੍ਰੀਏਟ ਹੁੰਦਾ ਹੈ, ਮੈਟਰ ਬਣਦਾ ਹੈ, ਦੈਨ ਦੈਟ ਸਮੋਲੈਸਟ ਪਾਰਟੀਕਲ ਇਜ਼ ਐਟਮ। ਸੋ ਉਹੀ ਗੱਲ ਇਹਨਾਂ ਨੇ ਕਹੀ, ਮਤਲਬ ਪਹਿਲਾ ਪੋਸਟੂਲੇਟ ਬਣਿਆ ਇਸ ਥਿਊਰੀ ਦਾ, ਦੈਟ ਆਲ ਮੈਟਰ ਇਜ਼ ਮੇਡ ਅਪ ਆਫ ਟਾਈਨੀ ਪਾਰਟੀਕਲਸ। ਟਾਈਨੀ ਕੀ ਹੁੰਦਾ ਹੈ, ਵੈਰੀ ਸਮੋਲ, ਟਾਈਨੀ ਪਾਰਟੀਕਲਸ ਕਾਲਡ ਦ ਐਟਮਸ। ਸੋ ਇਹ ਸੀ ਪਹਿਲਾ ਪੋਸਟੂਲੇਟ। ਨੈਕਸਟ, ਐਟਮ, atoms are indivisible which cannot be created or destroyed in a chemical reaction. ਸੋ ਇਹਦੇ 'ਚ ਵੀ ਅਗਰ ਤੁਸੀਂ ਧਿਆਨ ਨਾਲ ਦੇਖੋ, ਜੋ ਆਪਾਂ ਪੜ੍ਹਿਆ ਸੀ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਉਹਦੀ ਸਟੇਟਮੈਂਟ ਵੀ ਯੂਜ਼ ਹੋ ਰਹੀ ਹੈ। ਜਸਟ ਉਹਨਾਂ ਨੇ ਕੀ ਐਡ ਕੀਤਾ ਹੈ, ਦੈਟ ਐਟਮਸ ਆਰ ਇਨਡਿਵਿਜ਼ੀਬਲ ਮਤਲਬ ਐਟਮਸ ਨੂੰ ਆਪਾਂ ਕੀ ਹੈ ਹੋਰ ਅੱਗੇ ਪਾਰਟਸ ਦੇ ਵਿੱਚ ਬ੍ਰੇਕ ਨਹੀਂ ਕਰ ਸਕਦੇ। ਮਤਲਬ ਸਮੋਲੈਸਟ ਪਾਰਟੀਕਲ ਜਿਹੜਾ ਪੋਸੀਬਲ ਹੈ ਉਹ ਕੀ ਹੈ, ਇੱਕ ਐਟਮ ਹੈ। ਇਨਡਿਵਿਜ਼ੀਬਲ ਮਤਲਬ ਹੋਰ ਉਹਦੇ ਪਾਰਟਸ ਨਹੀਂ ਕਰ ਸਕਦੇ। ਇੱਦਾਂ ਨਹੀਂ ਹੈ ਕਿ ਉਹਦੇ ਵਿੱਚ ਵੀ ਛੋਟੇ ਪਾਰਟੀਕਲਸ ਹੋਣਗੇ, ਦੈਟ ਇਜ਼ ਨਾਟ ਪੋਸੀਬਲ। which cannot be created or destroyed in a
ਕੈਮੀਕਲ ਰਿਐਕਸ਼ਨ। ਸੋ ਇਹ ਆਪਾਂ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਦੇ ਵਿੱਚ ਵੀ ਸਟੇਟਮੈਂਟ ਪੜ੍ਹੀ ਸੀ। ਹੁਣ ਐਟਮ ਕੀ ਹੈ, ਇਨਡਿਵਿਜ਼ੀਬਲ ਹੈ ਔਰ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਦੌਰਾਨ ਆਪਾਂ ਆਪਣੇ ਵੱਲੋਂ ਨਵੇਂ ਐਟਮਸ ਨਹੀਂ ਬਣਾ ਸਕਦੇ ਜਾਂ ਫਿਰ ਡਿਸਟਰੋਏ ਵੀ ਨਹੀਂ ਕੀਤੇ ਜਾ ਸਕਦੇ। ਨੈਕਸਟ ਥਰਡ ਪੋਸਟੂਲੇਟ, atoms of same element, atoms of same element have same mass and similar chemical properties, ओके सो ये है अपना तीजा पोस्टुलेट कि अपने को अगर एक एलिमेंट है, एलिमेंट की हुंदा है आप याद करिए पिछले लेसन च तुसी पढ़िया है, एलिमेंट की है दैट इज द प्योरेस्ट फॉर्म ऑफ मैटर, मतलब कि वो सबसटेंस जेड़ा बनया है इको टाइप दे पार्टिकल्स दे नाल, मतलब सेम टाइप ऑफ पार्टिकल्स ने ओदे विच अलग-अलग पार्टिकल्स जुड़ के नहीं बनया। सो दैट इज द प्योरेस्ट फॉर्म ऑफ मैटर ਜਿਹਨੂੰ ਆਪਾਂ ਐਲੀਮੈਂਟ ਬੋਲਦੇ ਹਾਂ। ਸੋ ਐਟਮਸ ਆਫ ਸੇਮ ਐਲੀਮੈਂਟ, ਇੱਕੋ ਹੀ ਐਲੀਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਜਿਹੜੇ ਐਟਮਸ ਪ੍ਰੈਜ਼ੈਂਟ ਹੋਣਗੇ ਉਹਨਾਂ ਦਾ ਮਾਸ ਵੀ ਸੇਮ ਹੋਊਗਾ ਔਰ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਵੀ ਸੇਮ ਹੋਣਗੀਆਂ, ਮਤਲਬ ਅੱਗੇ ਜਾ ਕੇ ਉਹ ਕਿਸੇ ਹੋਰ ਦੇ ਨਾਲ ਕਿੱਦਾਂ ਰਿਐਕਟ ਕਰ ਰਹੇ ਨੇ ਔਰ ਕਿਹੜੇ ਪ੍ਰੋਡਕਟਸ ਦੇ ਰਹੇ ਨੇ, ਉਹ ਹੋ ਗਈਆਂ ਉਹਦੀਆਂ ਕੈਮੀਕਲ ਪ੍ਰੋਪਰਟੀਜ਼। ਮੰਨ ਲਓ ਅਗਰ ਆਪਾਂ ਹਾਈਡਰੋਜਨ ਦੀ ਗੱਲ ਕਰ ਰਹੇ ਹਾਂ, ਹਾਈਡਰੋਜਨ ਐਲੀਮੈਂਟ ਦੀ, ਸੋ ਹੁਣ ਜਿਹੜੇ ਉਹਦੇ ਐਟਮਸ ਨੇ, ਹਾਈਡਰੋਜਨ ਐਟਮਸ ਨੇ, ਉਹ ਸਾਰਿਆਂ ਦਾ ਮਾਸ ਵੀ ਬਰਾਬਰ ਹੋਊਗਾ ਤੇ ਸਾਰਿਆਂ ਦੀਆਂ ਕੈਮੀਕਲ ਪ੍ਰੋਪਰਟੀਜ਼ ਵੀ ਸੇਮ ਹੋਣਗੀਆਂ। ਹੁਣ ਨੈਕਸਟ ਪੁਆਇੰਟ ਹੈ ਆਪਣਾ ਐਟਮਸ ਆਫ ਡਿਫਰੈਂਟ ਐਲੀਮੈਂਟਸ, atoms of different elements, ਹੁਣ मैं word लिख रही हूँ different elements have different masses and different chemical properties, so I think ਤੁਹਾਨੂੰ clear ਹੋ ਗਿਆ ਹੋਊਗਾ। जस्ट ये चीज़ समझने वाली है एटम्स ऑफ डिफरेंट एलिमेंट्स। हम दो अलग अलग एलिमेंट्स की गल करांगे, मान लो एक अपने कोल हाइड्रोजन है, एक अपने कोल ऑक्सीजन है। सो एक एटम आप हाइड्रोजन का लिया, एक एटम आप ऑक्सीजन का लिया, दैट मीनस एटम्स ऑफ डिफरेंट एलिमेंट्स, उन्होंने का जो मास होगा वो भी डिफरेंट होगा, बिकॉज अपन पता है कि हाइड्रोजन का की है मास नंबर दैट इज 1, ऑक्सीजन के लिए की होंदा है 16। सो मास भी डिफरेंट होगा और उन्होंने दियां जड़ियां कैमिकल प्रॉपर्टीज़ ने, मतलब वो किद्दां किसी दे नाल रिएक्ट करते हैं या किद्दां बिहेव करते हैं किसी कैमिकल रिएक्शन, वो भी की होणगियां डिफरेंट होणगियां। मतलब सेम एलीमेंट की गल करिए वो एटम्स सेम होणगे मास के विद रिस्पेक्ट टू, ते कैमिकल प्रॉपर्टीज़ भी सेम। अलग अलग एलीमेंट्स के अगर आप एटम्स लवांगे उन्होंने मास भी डिफरेंट होगा ते कैमिकल प्रॉपर्टीज़ भी। अगला फिफ्थ, सो फिफ्थ है एटम्स कंबाइन in the ratio of small whole numbers to form compounds, कि जो कंपाउंड दी किसी कंपाउंड की फॉर्मेशन हो रही है, एलीमेंट्स तो आपको पता है कि देर आर सेम नंबर ऑफ एटम्स, मतलब कि सेम टाइप ऑफ एटम्स ने। कंपाउंड दे विच की है आपको ध्यान रखना होंदा है कि किन्ने नंबर ऑफ एटम्स आप ले रहे हैं एक एलीमेंट दे या फिर किसी होर एलीमेंट दे। हुण की कह रहे हैं कि एटम्स कंबाइन इन द रेशियो ऑफ स्मॉल होल नंबर्स टू फॉर्म कंपाउंड्स। सो यदि भी अगर आप एग्जाम्पल देखनी हो कोई कंपाउंड, मान लो आप वाटर ही ले लीए, ਹੁਣ ਇਹਦੇ 'ਚ ਜਿਹੜੇ ਐਲੀਮੈਂਟਸ ਨੇ, ਮਤਲਬ ਕਿਹੜੇ ਐਟਮਸ ਕੰਬਾਈਨ ਕਰ ਰਹੇ ਨੇ, ਹਾਈਡਰੋਜਨ ਐਟਮਸ ਨੇ ਤੇ ਆਕਸੀਜਨ ਐਟਮਸ ਨੇ, 2 ਹਾਈਡਰੋਜਨ ਐਟਮਸ ਤੇ 1 ਆਕਸੀਜਨ ਐਟਮ। ਸੋ ਇਹ ਕੰਬਾਈਨ ਕਰਦੇ ਨੇ ਇਨ ਦ ਰੇਸ਼ੀਓ ਆਫ ਸਮਾਲ ਹੋਲ ਨੰਬਰਸ। ਹੋਲ ਨੰਬਰ ਤੁਹਾਨੂੰ ਪਤਾ ਹੀ ਨੇ, ਹੋਲ ਨੰਬਰ ਸਟਾਰਟਿੰਗ ਫਰੋਮ 0 0 1 2 ਅਪ ਟੂ ਸੋ ਔਨ, ਸਾਰੇ ਹੋਲ ਨੰਬਰਸ ਨੇ। ਸਮਾਲ ਹੋਲ ਨੰਬਰ ਮੀਨਸ ਇੱਥੇ ਇਦਾਂ ਨਹੀਂ ਹੁੰਦਾ ਕਿ ਬਹੁਤ ਵੱਡੀ ਵੈਲਿਊ ਹੋਵੇ ਤੇ 60 70 100s ਦੇ ਵਿੱਚ ਵੈਲਿਊ ਹੋਵੇ, ਛੋਟੇ ਨੰਬਰਸ ਹੁੰਦੇ ਨੇ ਸਮਾਲ ਹੋਲ ਨੰਬਰਸ। ਮਤਲਬ ਦ ਐਟਮਸ ਕੰਬਾਈਨ in the ratio of small whole numbers to form compounds। so बहुत ही सिंपल जी गल है, बहुत सारी आप एग्जांपल्स इत्थों पढ़ सकते हैं, NaCl, NH3, CO2, कोई भी सारे की हन कंपाउंड्स ने। सो उन्हां दे विच जिहड़े एटम्स ने आपस च कंबाइन करते हैं, अलग अलग एटम्स कंबाइन करते हैं ते कुछ रेशियोज कंबाइन करते हैं। किद्दां दी रेशियो हुंदी है, होल नंबर रेशियो हुंदी है, मतलब पॉइंट्स च नहीं हुंदे। इदां नहीं हुंदा कदे कि जिहड़े इत्थे एटम्स ने अपने कोल 2.5 मतलब 2.5 एटम आ गए,
ਜਾਂ 1.5 ਐਟਮ ਆ ਗਿਆ, ਇਦਾਂ ਨਹੀਂ ਹੁੰਦਾ। ਹੋਲ ਨੰਬਰਸ ਹੁੰਦੇ ਨੇ 0 1 2 3 4 5 ਅਪ ਟੂ ਸੋ ਔਨ। ਸੋ ਹੋਲ ਨੰਬਰ ਰੇਸ਼ੀਓਸ ਕੰਬਾਈਨ ਕਰਦੇ ਨੇ ਔਰ ਕੰਪਾਊਂਡਸ ਬਣਾਉਂਦੇ ਨੇ। ਇੱਕ ਲਾਸਟ ਪੋਸਟੂਲੇਟ ਆਪਣਾ ਰਹਿ ਗਿਆ 6th, the relative number and the kinds of atoms are always fixed in a compound। so ਇਹ ਗੱਲ ਮੈਂ I think ਪਹਿਲਾਂ ਹੀ ਡਿਸਕਸ ਕਰ ਲਈ ਹੈ। the relative number means ਕਿ ਹੁਣ ਜਿਵੇਂ ਹਾਈਡਰੋਜਨ ਦੇ 2 ਐਟਮਸ ਤੇ ਆਕਸੀਜਨ ਦਾ 1 ਐਟਮ, ਇਦਾਂ ਨਹੀਂ ਹੋਊਗਾ ਕਿ ਕਦੇ ਆਪਾਂ ਵਾਟਰ ਮੋਲੀਕਿਊਲ ਦੀ ਗੱਲ ਕਰੀਏ ਤੇ ਉਹਦੇ 'ਚ 3 ਐਟਮ ਆ ਗਏ ਹਾਈਡਰੋਜਨ ਦੇ ਤੇ 2 ਐਟਮ ਆ ਗਏ ਆਕਸੀਜਨ ਦੇ, ਇਦਾਂ ਤਾਂ ਪੋਸੀਬਲ ਹੀ ਨਹੀਂ। ਸੋ ਰਿਲੇਟਿਵ ਨੰਬਰ ਮੀਨਸ ਇੱਕ ਦੂਜੇ ਦੇ ਵਿਦ ਰਿਸਪੈਕਟ ਟੂ, ਕਿ ਉਹਦਾ 1 ਹੈ ਤੇ ਮੇਰੇ 2 ਹੋਣਗੇ, ਮਤਲਬ ਇੱਕ ਆਕਸੀਜਨ ਦਾ ਹੈ ਤਾਂ ਹਾਈਡਰੋਜਨ ਦੇ 2 ਐਟਮਸ ਹੋਣਗੇ। ਦ ਰਿਲੇਟਿਵ ਨੰਬਰ ਐਂਡ ਦ ਕਾਈਂਡ ਆਫ ਐਟਮਸ ਮੀਨਸ ਕਿਹੜੇ ਨੇ? ਹਾਈਡਰੋਜਨ ਤੇ ਆਕਸੀਜਨ। ਵਾਟਰ ਦੇ ਮੋਲੀਕਿਊਲ ਦੇ ਵਿੱਚ ਹਮੇਸ਼ਾ ਇੱਕ ਹਾਈਡਰੋਜਨ ਹੋਊਗਾ, ਆਕਸੀਜਨ ਹੋਊਗਾ। ਹਾਈਡਰੋਜਨ ਦੇ 2 ਐਟਮਸ ਹੋਣਗੇ, ਆਕਸੀਜਨ ਦਾ 1 ਐਟਮ ਹੋਊਗਾ। ਸੋ ਇਹ ਦੋਨੋਂ ਚੀਜ਼ਾਂ ਨੂੰ ਐਕਸਪਲੇਨ ਕਰਦੀਆਂ ਨੇ ਰਿਲੇਟਿਵ ਨੰਬਰ ਵੀ ਫਿਕਸ ਹੋਊਗਾ ਤੇ ਕਾਈਂਡ ਆਫ ਐਟਮ ਵੀ ਫਿਕਸ ਹੋਊਗਾ ਕਿ ਆਪਾਂ ਕਿਹੜੇ ਐਲੀਮੈਂਟ ਦੀ ਗੱਲ ਕਰ ਰਹੇ ਹਾਂ। ਇੱਥੇ ਆਪਾਂ ਹਾਈਡਰੋਜਨ ਤੇ ਆਕਸੀਜਨ ਦੀ ਗੱਲ ਕੀਤੀ ਹੈ। ਸੋ ਦੇ ਆਰ ਆਲਵੇਜ਼ ਫਿਕਸਡ ਇਨ ਐਨੀ ਕੰਪਾਊਂਡ। ਇੱਦਾਂ ਨਹੀਂ ਕਿ ਆਪਾਂ ਕਦੇ ਵਾਟਰ ਮੋਲੀਕਿਊਲ ਦੀ ਗੱਲ ਕਰੀਏ ਉਹਦੇ 'ਚ ਹੁਣ ਹਾਈਡਰੋਜਨ ਆਕਸੀਜਨ ਦੀ ਜਗ੍ਹਾ ਕੁਝ ਹੋਰ ਯੂਜ਼ ਕਰ ਲਿਆ ਜਾਂ ਫਿਰ ਉਹਦੇ ਨੰਬਰ ਆਫ ਐਟਮਸ ਚੇਂਜ ਕਰਤੇ, ਉਹ ਕੀ ਹੈ ਪੋਸੀਬਲ ਨਹੀਂ ਹੈ। ਸੋ ਇਹ ਹੈ ਆਪਣਾ ਸਾਰੇ the postulates of Dalton's atomic theory। so एक बार इन थोड़ा recapitulate करिए दोबारा तो because important theory है, so chances ने papers इधे आने दे। so Dalton's atomic theory, all matter is made up of tiny particles, very small particles called the atoms। atoms are indivisible, उन्हां नू होर छोटे parts च तोड़िया नहीं जा सकदा, which cannot be created or destroyed in a chemical reaction, जो कि statement है law of conservation of mass दी। so ये की है explain कर रहा है उस law नू। Atoms of same element have same mass and same chemical या similar chemical properties। Atoms of different elements, अलग-अलग elements ਦੇ atoms ਦੀ ਗੱਲ ਕਰੀਏ, ਉਹਨਾਂ ਦਾ mass ਵੀ ਅਲੱਗ ਹੋਊਗਾ ਤੇ ਉਹਨਾਂ ਦੀਆਂ chemical properties ਵੀ ਕੀ ਨੇ differ ਕਰਨਗੀਆਂ, different ਹੋਣਗੀਆਂ। Atoms combine in the ratio of small whole numbers to form compound। so water ਦੀ example, so ਹਰ ਇੱਕ ਦੇ ਵਿੱਚ ਤੁਸੀਂ water ਦੀ example ਯਾਦ ਰੱਖ ਸਕਦੇ ਹੋ, ਵੈਸੇ ਕੋਈ ਵੀ example ਲੈ ਸਕਦੇ ਹੋ। The relative number and the kind of atom are always fixed in a compound। so ਇਹ 6 ਕੀ ਸੀ ਆਪਣੇ ਸਾਰੇ postulates। ਇਹਦੇ ਵਿੱਚ ਆਪਾਂ ਇੱਕ postulate ਜਿਹੜੀ ਗੱਲ ਕੀਤੀ ਹੈ atoms are indivisible। so ਅਗਲੇ ਲੈਸਨ ਦੇ ਵਿੱਚ ਜਦੋਂ ਵੀ ਆਪਾਂ ਸ਼ੁਰੂ ਕਰਾਂਗੇ ਅਗਲਾ ਲੈਸਨ, ਉਹਦੇ 'ਚ ਆਪਾਂ ਦੇਖਾਂਗੇ ਕਿ ਐਟਮ ਕੀ ਹੈ ਡਿਵਿਜ਼ੀਬਲ ਹੁੰਦਾ ਹੈ। ਸੋ ਅਸਲ ਦੇ ਵਿੱਚ ਇੱਥੇ ਜਦ ਥਿਊਰੀ ਦਿੱਤੀ ਗਈ ਸੀ ਉਦੋਂ ਥਿਊਰੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਐਟਮਸ ਆਰ ਇਨਡਿਵਿਜ਼ੀਬਲ, ਬਟ ਅਗਲੇ ਲੈਸਨ 'ਚ ਆਪਾਂ ਪੜਾਂਗੇ ਕਿ ਨਹੀਂ, ਉਸ ਤੋਂ ਬਾਅਦ ਵੀ ਜਦ ਕੁਝ ਸਾਇੰਟਿਸਟ ਵੱਲੋਂ ਮਤਲਬ ਕੰਮ ਕੀਤਾ ਗਿਆ तो उन्होंने देखा कि ਜਿਹੜਾ ਐਟਮ ਹੈ ਉਹਨੂੰ ਵੀ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ। ਆਈ ਥਿੰਕ ਤੁਹਾਨੂੰ ਪਤਾ ਹੀ ਹੋਏਗਾ ਕਿ ਐਟਮ ਦੇ ਵਿੱਚ ਵੀ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਸਬ ਐਟੋਮਿਕ ਪਾਰਟੀਕਲਸ ਹੁੰਦੇ ਨੇ। ਸੋ ਉਹਦੀ ਗੱਲ ਫਿਲਹਾਲ ਆਪਾਂ ਅਗਲੇ ਲੈਕਚਰ 'ਚ ਮੀਨਸ ਅਗਲੇ ਲੈਸਨ 'ਚ ਕਰਾਂਗੇ। ਸੋ ਅੱਜ ਦੇ ਲੈਸਨ ਦੇ ਵਿੱਚ ਆਪਾਂ ਕੀ ਕੀਤਾ, ਆਪਾਂ ਸ਼ੁਰੂਆਤ ਕੀਤੀ ਸੀ ਵਿਦ ਦ ਸਟਾਰਟਿੰਗ ਆਫ ਚੈਪਟਰ। ਸੋ ਪਹਿਲਾਂ ਥੋੜੀ ਇੰਟਰੋਡਕਸ਼ਨ ਕਿ ਨਾਮ ਕਿੱਦਾਂ ਆਏ ਇਹਦੇ, ਐਟਮ ਜਾਂ ਫਿਰ ਪਰਮਾਣੂ। ਉਸ ਤੋਂ ਬਾਅਦ ਆਪਾਂ ਲਾਜ਼ ਪੜ੍ਹੇ ਨੇ, ਲਾਜ਼ ਆਫ ਕੈਮੀਕਲ ਕੰਬੀਨੇਸ਼ਨ, ਜਿਹਦੇ ਵਿੱਚ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਸੀ ਔਰ ਲਾਅ ਆਫ ਕੌਨਸਟੈਂਟ ਪ੍ਰੋਪੋਰਸ਼ਨ ਜਾਂ ਫਿਰ ਡੈਫੀਨਿਟ ਪ੍ਰੋਪੋਰਸ਼ਨ ਸੀ। ਸੋ ਉਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਮਤਲਬ ਆਪਾਂ ਨੂੰ ਇੱਕ ਐਪਰੋਪ੍ਰੀਏਟ ਸਪੈਸੀਫਿਕ ਪ੍ਰੋਪਰ ਐਕਸਪਲੇਨੇਸ਼ਨ ਚਾਹੀਦੀ ਸੀ। ਸੋ ਉਹਦੇ ਲਈ ਜੋ ਡਾਲਟਨ ਸੀ, ਜੌਨ ਡਾਲਟਨ, ਇਹਨਾਂ ਵੱਲੋਂ ਕੀ ਹੈ ਥਿਊਰੀ ਦਿੱਤੀ ਗਈ ਜੋ ਕਿ ਮਤਲਬ ਇੱਕ ਬੇਸ ਬਣਾਉਂਦੀ ਹੈ ਕਿ ਜਿਹੜੇ ਉਹ ਲਾਜ਼ ਨੇ ਦੇ ਆਰ ਰਾਈਟ। ਸੋ ਇਹ ਆਪਾਂ ਪੋਸਟੂਲੇਟਸ ਕੀਤੇ, ਉਹਦੇ ਵਿੱਚ ਦੇਰ ਆਰ 6 ਪੋਸਟੂਲੇਟਸ ਇਨ ਡਾਲਟਨਸ ਐਟੋਮਿਕ ਥਿਊਰੀ। ਸੋ ਹੁਣ ਇਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਕੰਮ ਹੈ, ਹੁਣ ਆਪਾਂ ਅੱਗੇ ਦੇਖਣਾ ਹੈ ਕਿ ਜਿਹੜੇ ਐਟਮਸ ਨੇ ਕਿਸ ਤਰ੍ਹਾਂ ਦੇ ਨੇ, ਜਾਂ ਉਹਨਾਂ ਦੀ ਸਾਈਜ਼ ਦੀ ਆਪਾਂ ਗੱਲ ਕਰਾਂਗੇ ਔਰ ਉਹਨਾਂ ਦੇ ਜਿਹੜੇ ਡਿਫਰੈਂਟ ਸਿੰਬਲਸ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ। ਸੋ ਉਹ ਜਿਹੜਾ ਕੰਮ ਹੈ ਆਪਾਂ ਆਪਣੇ ਅਗਲੇ ਲੈਕਚਰ ਸ਼ੁਰੂ ਕਰਾਂਗੇ। ਫਿਲਹਾਲ ਅੱਜ ਦੇ ਲਈ ਇੰਨਾ ਹੀ ਕੰਮ। ਥੈਂਕ ਯੂ।